ਇਹ ਗੁਰਮੁਖ ਪਿਆਰੇ ਨੂੰ ਅਨੁਭਵ ਜਿਹੜੇ ਹੋਏ ਹਨ ਨਾ, ਇਹਨਾਂ ਨੂੰ ਸੁਣ ਕੇ ਬਹੁਤਿਆਂ ਨੂੰ ਸੇਧ ਮਿਲੇਗੀ। ਐਸੇ ਅਨੁਭਵ ਨਹੀਂ ਹੋਣਗੇ, ਨਾ ਹੀ ਐਸਾ ਖਿਆਲ ਕਰਨਾ ਹੈ। ਫਿਰ ਵੀ ਪਤਾ ਲੱਗੇਗਾ ਵੀ ਕੈਸਾ ਹੁੰਦਾ ਹੈ। ਤੇ ਪਹਿਲਾ ਜਿਹੜਾ ਅਨੁਭਵ ਹੋਇਆ ਵੀ ਸੁਣਦੇ ਸੁਣਦੇ ਰਿਕਾਰਡਿੰਗ, ਤੇ ਪਹਿਲਾਂ ਸੁਣਨ ਵਾਲਾ ਖਿਆਲ ਵਿੱਚ ਨਹੀਂ ਰਹਿ ਗਿਆ, ਫਿਰ ਸੁਣਾਉਣ ਵਾਲਾ ਵੀ ਖਿਆਲ ਵਿੱਚ ਨਹੀਂ ਰਹਿ ਗਿਆ। ਤੇ ਪਤਾ ਹੀ ਨਹੀਂ ਲੱਗਾ ਸਮੇਂ ਦਾ। ਖੜਕਾ ਹੋਇਆ, ਆਵਾਜ਼ ਆਈ, ਇੱਕਦਮ ਚੌਂਕ ਕੇ ਉੱਠਿਆ। ਐਸਾ ਅਨੁਭਵ ਬਹੁਤ ਸਾਧਕਾਂ ਨੂੰ ਹੁੰਦਾ। ਦੱਸਦੇ ਵੀ ਹਨ ਕਈ, ਕਹਿੰਦੇ ਪਤਾ ਹੀ ਨਹੀਂ ਲੱਗਦਾ, ਨਾਮ ਜਪਦੇ ਜਪਦੇ ਕਿੱਥੇ ਚਲੇ ਜਾਈਦੇ। ਕੋਈ ਆਵਾਜ਼ ਹੁੰਦੀ, ਕੋਈ ਹਿਲਾਉਂਦਾ ਜਾਂ ਅਲਾਰਮ ਵੱਜਦਾ ਤਾਂ ਪਤਾ ਲੱਗਦਾ। ਤੇ ਕਈਆਂ ਨੂੰ ਸੁਣਦੇ ਸੁਣਦੇ ਵੀ ਐਸਾ ਹੋ ਜਾਂਦਾ, ਕਈਆਂ ਨੂੰ ਨੀਂਦ ਆ ਜਾਂਦੀ। ਇਹ ਜੋ ਹੋਇਆ ਇਹਨੂੰ ਕਹਿੰਦੇ ਹਨ ਮੂਰਛਿਤ ਸਮਾਧੀ। ਜਿਵੇਂ ਗਹਿਰੀ ਨੀਂਦ 'ਚ ਕੋਈ ਪਹੁੰਚ ਗਿਆ ਹੋਵੇ, ਵੀ ਨਾ ਤੇ ਮੈਂ ਰਹੀ, ਹਉ ਰਹੀ, ਨਾ ਤੂੰ ਰਿਹਾ। ਪਰ ਉੱਥੇ ਜਾਣਨ ਵਾਲਾ ਵੀ ਕੋਈ ਨਹੀਂ ਰਹਿ ਗਿਆ। ਤੇ ਪਤਾ ਹੀ ਨਹੀਂ ਲੱਗਾ, ਸਮੇਂ ਦਾ ਵੀ ਨਹੀਂ ਪਤਾ ਲੱਗਦਾ। ਕਈ ਸਾਧੂ ਮਹਾਤਮਾ ਵੀ ਹੋਏ ਹਨ ਜਿਹੜੇ ਕਈ ਕਈ ਦਿਨ ਇੱਦਾਂ ਬੈਠੇ ਰਹਿੰਦੇ ਸਨ। ਇਸ ਅਵਸਥਾ ਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਕਿੱਥੇ ਬੈਠੇ ਆ, ਕਿੰਨਾ ਸਮਾਂ ਹੋ ਗਿਆ। ਤੇ ਇਹਦੇ ਨਾਲ ਕੋਈ ਉਪਲਬਧੀ ਵੀ ਨਹੀਂ ਹੈ। ਇਹਨੂੰ ਜੜ ਸਮਾਧੀ ਕਹਿ ਸਕਦੇ ਹਾਂ। ਤੇ ਵਾਸਤਵਿਕ ਨਹੀਂ ਹੈ। ਹੋਣਾ ਤੇ ਇਉਂ ਚਾਹੀਦਾ ਸੀ ਵੀ ਸੁਣਦੇ ਸੁਣਦੇ ਤੁਸੀਂ ਸੁਣਨ ਵਾਲੇ ਤੋਂ ਭਿੰਨ ਹੋ ਜਾਂਦੇ। ਵੀ ਸੁਣ ਮੈਂ ਨਹੀਂ ਰਿਹਾ ਹਾਂ, ਸੁਣਨ ਵਾਲਾ ਕੋਈ ਹੋਰ ਹੈ, ਬੋਲਣ ਵਾਲਾ ਵੀ ਕੋਈ ਹੋਰ ਹੈ, ਤੇ ਤੁਸੀਂ ਤੀਸਰੇ ਹੋ ਜਾਂਦੇ। ਦੇਖਦੇ ਕੋਈ ਸੁਣ ਰਿਹਾ ਹੈ, ਕੋਈ ਬੋਲ ਰਿਹਾ ਹੈ। ਤੇ ਦੇਖਦਾ ਦੇਖਦਾ ਜਿਹੜਾ ਦ੍ਰਿਸ਼ਟਾ ਹੋ ਜਾਵੇ, ਸਾਕਸ਼ੀ ਹੋ ਜਾਵੇ, ਉਹਦਾ ਜਾਗਰਣ ਹੁੰਦਾ ਹੈ। ਪਰ ਇਹ ਉਹਨਾਂ ਵਾਸਤੇ ਸੰਭਵ ਹੋਵੇਗਾ ਜਿਹੜੇ ਬੌਧਿਕ ਤਲ 'ਤੇ ਜੀਂਦੇ ਹਨ। ਖਿਆਲ ਵਿੱਚ ਰੱਖਿਓ, ਇਹ ਗੁਰਮੁਖ ਪਿਆਰਾ ਹਾਰਦਿਕ ਤਲ 'ਤੇ ਜੀ ਰਿਹਾ ਹੈ। ਇਹ ਕੁਛ ਦਿਨ ਮੇਰੇ ਕੋਲ ਪਹਿਲਾਂ ਰਹਿ ਕੇ ਵੀ ਗਿਆ ਹੈ। ਤੇ ਇਹਨੂੰ ਬਹੁਤ ਛੇਤੀ ਅੰਦਰ ਦੀ ਗਹਿਰਾਈ ਦਾ ਪਤਾ ਲੱਗ ਰਿਹਾ ਹੈ। ਬਹੁਤ ਤਪੱਸਿਆ ਨਹੀਂ ਕੀਤੀ ਹੈ, ਬਹੁਤ ਸਾਧਨਾ ਨਹੀਂ ਕੀਤੀ, ਪਰ ਪ੍ਰੇਮ ਦੇ ਵਿੱਚ ਮਿਟ ਰਿਹਾ ਹੈ। ਪ੍ਰੇਮ ਦੇ ਵਿੱਚ ਸਹਿਜ ਹੋ ਜਾਂਦਾ ਹੈ।
ਬਹੁਤ ਕੁਛ ਕਰਨਾ ਨਹੀਂ ਪੈਂਦਾ। ਤੇ ਪਹਿਲੀ ਘਟਨਾ ਜਿਹੜੀ ਸੀ ਨਾ, ਉਹਨੇ ਦੂਸਰੀ ਘਟਨਾ ਨੂੰ ਪੈਦਾ ਕੀਤਾ ਹੈ। ਪਹਿਲੀ ਘਟਨਾ ਮੂਰਛਤ ਸੀ ਤੇ ਦੂਸਰੀ ਘਟਨਾ ਜਿਹੜੀ ਘਟੀ ਹੈ ਉਹ ਜਾਗਰਤ ਹੈ, ਉਹ ਜਾਗਰਣ ਹੈ, ਉਹ ਵਾਸਤਵਿਕ ਹੈ। ਉਹਦੇ 'ਚ ਮੈਂ ਤੂੰ ਤੇ ਨਹੀਂ ਰਿਹਾ ਹੈ। ਫਿਰ ਵੀ ਸਭ ਕੁਝ ਖੋ ਨਹੀਂ ਗਿਆ। ਦੇਖਣ ਵਾਲਾ ਬਚਿਆ। ਤੇ ਅਗਰ ਦੇਖਣ ਵਾਲਾ ਹੀ ਨਾ ਹੋਵੇ ਤੇ ਫਿਰ ਕੀ? ਫਿਰ ਤੇ ਮਰੇ ਹੋਏ ਆਦਮੀ ਵਾਂਗੂ ਹੋ ਗਿਆ ਨਾ। ਤੇ ਜਿਹੜੀ ਮੈਂ ਮਿਟਦੀ ਹੈ ਉਹ ਮਿਟ ਥੋੜ੍ਹੀ ਜਾਂਦਾ ਹੈ। ਉਹ ਤੂੰ ਦੇ ਵਿੱਚ ਖੋ ਜਾਂਦਾ ਹੈ, ਵਿਰਾਟ ਦੇ ਵਿੱਚ ਖੋ ਜਾਂਦਾ ਹੈ। ਉਹ ਤਾਂ ਪੂਰਨ ਜਾਗਰਣ ਹੁੰਦਾ ਹੈ। ਤੇ ਮੈਂ ਖੋਣ ਤੋਂ ਆਦਮੀ ਬਹੁਤ ਡਰਦਾ ਵੀ ਅਗਰ ਮੈਂ ਖੋ ਹੀ ਗਿਆ, ਮਿਟ ਹੀ ਗਿਆ, ਰਿਹਾ ਹੀ ਨਹੀਂ, ਫਿਰ ਕੀ ਹੋਊ? ਉਹ ਤਾਂ ਮਿਟ ਹੀ ਜਾਣਾ ਹੈ, ਮਰਨ ਵੇਲੇ ਮਰ ਹੀ ਜਾਣਾ ਹੈ। ਮਰ ਕੇ ਵੀ ਆਦਮੀ ਕਿੱਥੇ ਮਰਦਾ? ਸਰੀਰ ਹੀ ਮਰਦਾ। ਮਿਟਦਾ ਤੇ ਉਦੋਂ ਵੀ ਨਹੀਂ ਹੈ। ਤੁਸੀਂ ਥੋੜ੍ਹੀ ਮਿਟ ਸਕਦੇ ਹੋ। ਬਹੁਤੇ ਸਾਧਕ ਡਰਦੇ ਹਨ ਵੀ ਮਿਟ ਨਾ ਜਾਈਏ, ਖੋ ਨਾ ਜਾਈਏ, ਵਿਲੀਨ ਨਾ ਹੋ ਜਾਈਏ, ਫਿਰ ਕੀ ਹੋਊ? ਭੁੱਲ ਹੀ ਗਿਆ ਸਭ ਕੁਛ। ਤਾਂ ਨਹੀਂ, ਤੁਸੀਂ ਆਪਣੇ ਆਪ ਨੂੰ ਕਿਵੇਂ ਭੁੱਲੋਗੇ? ਤੁਸੀਂ ਨਹੀਂ ਮਿਟ ਸਕਦੇ ਹੋ। ਖਿਆਲ ਵਿੱਚ ਰੱਖਿਓ, ਉਹ ਹੀ ਮਿਟੇਗਾ ਜਿਹੜਾ ਵਾਸਤਵਿਕ ਨਹੀਂ ਹੈ। ਸੱਚ ਨਹੀਂ ਮਿਟਦਾ ਹੈ, ਝੂਠ ਮਿਟੇਗਾ। ਜੋ ਝੂਠ ਹੈ ਨਾ, ਉਹ ਮਿਟ ਸਕਦਾ ਹੈ। ਖਿਆਲ ਵਿੱਚ ਰੱਖੋ, ਤੁਹਾਡੀ ਹਉਂ ਝੂਠ ਹੈ, ਹਉਂ ਮਿਟ ਸਕਦੀ ਹੈ। ਹਉਂ ਦੇ ਨਾਲ ਚਾਰ ਛਪੇਰੇ ਜੋ ਕੁਛ ਜੁੜਿਆ ਹੋਇਆ ਹੈ, ਮੇਰਾ 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 ਮੇਰਾ, ਉਹ ਸਭ ਕੁਛ ਮਿਟ ਸਕਦਾ ਹੈ, ਛੁੱਟ ਸਕਦਾ ਹੈ। ਸਭ ਕੁਛ ਮਿਟ ਸਕਦਾ ਹੈ, ਸੱਤ ਥੋੜ੍ਹੀ ਮਿਟਦਾ ਹੈ। ਇਹੋ ਹੀ ਤੇ ਕਿਹਾ ਹੈ ਨਾ, ਵਾਰ-ਵਾਰ ਕਿਹਾ ਗਿਆ ਹੈ ਵੀ ਝੂਠ ਜਿਹੜਾ ਹੈ ਉਹ ਮਿਟ ਹੀ ਰਿਹਾ ਹੈ ਤੇ ਸੱਚ ਜਿਹੜਾ ਹੈ ਉਹ ਕਦੀ ਮਿਟਦਾ ਹੀ ਨਹੀਂ। ਨਾਨਕ ਵਖਾਣੇ ਬੇਨਤੀ, ਤੁਝ ਬਾਜ ਕੂੜੋ ਕੂੜ। ਪਰਮਾਤਮਾ ਤੋਂ ਬਿਨਾਂ ਜੋ ਕੂੜ ਹੈ ਨਾ, ਉਹ ਮਿਟਦਾ ਹੈ। ਕਹਿੰਦੇ ਹਨ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਾ। ਕੂੜ ਤੇ ਚੱਲਣ ਹਾਰੀ ਹੈ, ਕੂੜ ਤੇ ਮਿਟਣਾ ਹਾਰੀ ਹੈ। ਕੂੜ ਤੇ ਮਿਟ ਹੀ ਰਿਹਾ ਹੈ, ਆਵਾਗਮਨ ਹੈ। ਤੇ ਜੋ ਮਿਟ ਰਿਹਾ ਹੈ ਨਾ, ਇਹੋ ਹੀ ਕੂੜ ਹੈ, ਇਹੋ ਹੀ ਅਸਤ ਹੈ ਤੇ ਇਹੋ ਹੀ ਮਰੇਗਾ, ਇਹੋ ਹੀ ਛੁੱਟੇਗਾ। ਤੁਸੀਂ ਕੂੜ ਥੋੜ੍ਹੀ ਹੋ, ਤੁਸੀਂ ਝੂਠ ਨਹੀਂ ਹੋ, ਤੁਸੀਂ ਝੂਠ ਦੇ ਨਾਲ ਜੁੜ ਗਏ ਹੋ। ਤੁਸੀਂ ਸਮਝ ਲਿਆ ਹੈ ਆਪਣੇ ਆਪ ਨੂੰ, ਜੋੜ ਲਿਆ ਹੈ ਝੂਠ ਦੇ ਨਾਲ। ਮੈਂ ਆਹ ਸਰੀਰ ਹਾਂ। ਸਰੀਰ ਤੋਂ ਪਹਿਲਾਂ ਵੀ ਤੁਸੀਂ ਸੀ, ਬਾਅਦ ਵਿੱਚ ਵੀ ਰਹਿਣਾ। ਤੇ ਸਰੀਰ ਹਾਂ ਮੈਂ, ਇਹ ਤਾਂ ਸਮਝਿਆ ਹੈ। ਸਰੀਰ ਦੇ ਵਿੱਚ ਕੁਝ ਹੋਰ ਵੀ ਹਾਂ ਮੈਂ, ਉਹ ਵੀ ਬਹੁਤ ਕੁਝ ਸਮਝ ਲਿਆ। ਬੜੀ ਜਾਣਕਾਰੀ ਹਾਸਿਲ ਕਰ ਲਈ ਹੈ ਮੈਂ ਬਾਰੇ, ਆਪਣੇ ਬਾਰੇ। ਤੋ ਜਾਣਕਾਰੀ ਦੇ ਨਾਲ ਤੁਸੀਂ ਜੁੜ ਗਏ, ਉਹ ਬਿਲਕੁਲ ਹੀ ਝੂਠੀ ਹੈ। ਸਰੀਰ ਤੇ ਫਿਰ ਵੀ ਥੋੜ੍ਹਾ ਬਹੁਤ ਦਿਖਦਾ ਹੈ, ਉਹ ਤਾਂ ਦਿਖਦੀ ਵੀ ਨਹੀਂ।
ਤੋ ਉਸ ਜਾਣਕਾਰੀ ਨੂੰ ਮਿਟਾਉਣ ਵਾਸਤੇ ਵੀ ਬਹੁਤਾ ਸਮਾਂ ਨਹੀਂ ਲੱਗਦਾ। ਇੱਕ ਸ਼ਾਟ ਲਾ ਦਿਓ ਬੰਦੇ ਨੂੰ ਬਿਜਲੀ ਦੀ, ਅਤੇ ਇੱਕ ਝਟਕੇ ਦੇ ਵਿੱਚ ਹੀ ਸਾਰੀ ਮੈਮਰੀ ਜਾਂਦੀ ਲੱਗਦੀ, ਸਾਫ਼ ਹੋ ਜਾਵੇਗਾ, ਜਾਣਕਾਰੀ ਗਈ। ਉਹਦੀ ਕੀ ਵੈਲਿਊ ਹੈ ਜਿਹਦੇ ਨਾਲ ਤੁਸੀਂ ਜੁੜ ਜਾਂਦੇ? ਉਹ ਤਾਂ ਬਿਲਕੁਲ ਹੀ ਝੂਠ ਹੋਈ ਨਾ, ਬਿਲਕੁਲ ਹੀ ਕੂੜ, ਬਿਲਕੁਲ ਹੀ ਅਸੱਤ। ਸਰੀਰ ਤਾਂ ਫਿਰ ਵੀ ਸਥਿਰ ਹੈ, ਕੁਛ ਚਿਰ ਵਾਸਤੇ ਚੱਲ ਹੀ ਰਿਹਾ, ਦਿਖ ਵੀ ਰਿਹਾ। ਉਹ ਦਿਖਦਾ ਵੀ ਨਹੀਂ ਹੈ ਜੋ ਜਿਹਦੇ ਨਾਲ ਤੁਸੀਂ ਜੁੜ ਜਾਂਦੇ, ਸਿਰਫ ਇੱਕ ਭਾਵ ਦੇ ਨਾਲ, ਖਿਆਲ ਨਾਲ, ਮੈਂ ਹਾਂ। ਤਾਂ ਉਹ ਹੀ ਮਿਟਦਾ ਹੈ। ਅਤੇ ਜਦੋਂ ਉਹ ਮਿਟ ਜਾਂਦਾ ਹੈ ਨਾ, ਫਿਰ ਜੋ ਦਿਖਾਈ ਦਿੰਦਾ ਹੈ ਉਹਦਾ ਵਰਣਨ ਕਰਨਾ ਕਠਿਨ ਹੈ। ਅਤੇ ਕੂੜ ਦੇ ਨਾਲ ਨੇਹੋ ਲੱਗਾ, ਕੂੜ ਕੂੜੇ ਨੇਹੋ ਲੱਗਾ, ਵਿਸਰਿਆ ਕਰਤਾ, ਕਿਸ ਨਾਲ ਕੀਚੇ ਦੋਸਤੀ, ਸਭ ਜਗ ਚੱਲਣਾ। ਤੁਸੀਂ ਦੋਸਤੀ ਕਰ ਰਹੇ ਹੋ ਉਹਦੇ ਨਾਲ ਜਿਹੜਾ ਚੱਲਣਹਾਰ ਹੈ, ਉਹਦੇ ਨਾਲ ਜੁੜ ਰਹੇ ਹੋ ਜਿਹੜਾ ਚੱਲਣਹਾਰ ਹੈ, ਮਿਟਣਹਾਰ ਹੈ। ਸਰੀਰ ਵੀ ਮਿਟ ਰਿਹਾ, ਇਹਦੇ ਨਾਲ ਦੋਸਤੀ ਕਰੋਗੇ ਕਿੰਨਾ ਚਿਰ ਸੁੱਖ ਪਾਓਗੇ? ਅਤੇ ਜਾ ਹੀ ਰਿਹਾ ਹੈ ਮੌਤ ਵੱਲ। ਅਤੇ ਬਾਹਰ ਸਭ ਕੁਛ ਹੀ ਮਿਟ ਰਿਹਾ ਹੈ, ਅਤੇ ਦੋਸਤੀ ਸਦਾ ਵਾਸਤੇ ਤਾਂ ਰਹਿ ਹੀ ਨਹੀਂ ਸਕਦੀ। ਅਤੇ ਜਿਹੜਾ ਬਾਹਰੋਂ ਦੋਸਤੀ ਛੱਡ ਦਿੰਦਾ ਹੈ, ਪਹਿਲਾਂ ਖਿਆਲ ਵਿੱਚ ਰੱਖੋ, ਬਾਹਰੋਂ ਦੋਸਤੀ ਛੱਡ ਦਿੰਦਾ ਹੈ, ਜੋ ਚੱਲਣਹਾਰ ਹੈ ਉਹਦੇ ਨਾਲ ਦੋਸਤੀ ਨਹੀਂ ਰੱਖਦਾ, ਮਿੱਤਰਤਾ ਹੀ ਨਹੀਂ ਰੱਖਦਾ, ਮੇਲ ਜੋਲ ਨਹੀਂ ਰੱਖਦਾ, ਮਿਲਦਾ ਨਹੀਂ, ਜੁੜਦਾ ਨਹੀਂ। ਦੋਸਤੀ ਦਾ ਭਾਵ ਜੁੜਿਆ ਨਹੀਂ ਹੈ ਬਾਹਰ, ਅਤੇ ਟੁੱਟਦਾ ਜਾਂਦਾ ਹੈ, ਉਹ ਹੀ ਮਿਟਦਾ ਜਾਂਦਾ। ਮੈਂ ਦਾ ਮਿਟਣਾ ਬਾਹਰੋਂ ਟੁੱਟਣਾ ਹੈ। ਅਤੇ ਜਦੋਂ ਬਾਹਰੋਂ ਤੁਸੀਂ ਟੁੱਟਦੇ ਗਏ, ਜਿਵੇਂ ਐਵੇਂ ਸਮਝ ਲਵੋ ਤੁਸੀਂ ਬਹੁਤ ਸਾਰੀਆਂ ਇੱਟਾਂ ਦਾ ਇੱਕ ਸੁੰਦਰ ਤੁਸੀਂ ਮੰਦਰ ਬਣਾ ਲਿਆ, ਉਸ ਮੰਦਰ ਨੂੰ ਸਮਝ ਲਿਆ ਵੀ ਇਹ ਮੈਂ ਹਾਂ। ਤਾਂ ਉਹਦੀਆਂ ਇੱਟਾਂ ਨੂੰ ਬਾਹਰੋਂ ਇੱਕ ਇੱਕ ਕਰਕੇ ਕੱਢੀ ਜਾਓ, ਦੀਵਾਰਾਂ ਨੂੰ ਤੋੜੀ ਜਾਓ, ਹੌਲੀ ਹੌਲੀ ਇੱਕ ਇੱਕ ਇੱਟ ਸੁੱਟੀ ਜਾਓ। ਤਾਂ ਜਦੋਂ 4 ਚੁਫੇਰੇ ਤੁਸੀਂ ਸਾਰੀਆਂ ਇੱਟਾਂ ਕੱਢ ਦਿੱਤੀਆਂ ਤਾਂ ਮੰਦਰ ਢਹਿ ਢੇਰੀ ਹੋ ਜਾਣਾ। ਅਤੇ ਇੱਦਾਂ ਹੀ ਮੈਂ ਇਹਨੂੰ ਪਹਿਲਾਂ ਸਜਾਇਆ 4 ਚੁਫੇਰੇ ਮੇਰਿਆਂ ਦੁਆਰਾ, ਅਤੇ ਜਦੋਂ ਮੇਰੇ ਨਾ ਰਹੇ ਤਾਂ ਧੀਰੇ ਧੀਰੇ ਮੈਂ ਟੁੱਟਦੀ ਰਹਿੰਦੀ। ਅਤੇ ਕਿਸੇ ਦਿਨ ਆਦਮੀ ਬਿਲਕੁਲ ਮੈਂ ਤੋਂ ਮੁਕਤ ਖੜਾ ਹੋ ਜਾਂਦਾ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੌਣ ਹਾਂ। ਜਦੋਂ ਮੈਂ ਦਾ ਨਹੀਂ ਪਤਾ ਲੱਗਦਾ ਹੈ ਨਾ, ਫਿਰ ਤੂੰ ਦਾ ਵੀ ਨਹੀਂ ਪਤਾ ਲੱਗਦਾ, ਫਿਰ ਸਮੇਂ ਦਾ ਵੀ ਨਹੀਂ ਪਤਾ ਲੱਗਦਾ। ਦੇਖੋ, ਇਹ ਗੁਰਮੁਖ ਪਿਆਰਾ ਕਹਿ ਰਿਹਾ ਹੈ ਵੀ ਵਰਤਮਾਨ ਹੈ ਨਹੀਂ, ਵਰਤਮਾਨ ਵੀ ਓਨਾ ਚਿਰ ਹੀ ਆਪਾਂ ਕਹਿੰਦੇ ਹਾਂ ਜਿੰਨਾ ਚਿਰ ਭੂਤ ਅਤੇ ਭਵਿੱਖ ਹੋਵੇ। ਜਦੋਂ ਭੂਤ ਭਵਿੱਖ ਨਾ ਰਹਿ ਜਾਵੇ, ਉਦੋਂ ਵਰਤਮਾਨ ਨਹੀਂ ਰਹਿ ਜਾਂਦਾ, ਉਦੋਂ ਸਮੇਂ ਨਹੀਂ ਰਹਿ ਜਾਂਦਾ। ਜਦੋਂ ਮਨ ਹੀ ਸੋਚਣ ਵਾਲਾ ਨਾ ਰਿਹਾ, ਵਿਚਾਰਨ ਵਾਲਾ ਨਾ ਰਿਹਾ, ਅਤੇ ਭੂਤ ਭਵਿੱਖ ਨਾ ਰਿਹਾ, ਅਤੇ ਵਰਤਮਾਨ ਕਿਵੇਂ ਰਹਿ ਜਾਊ? ਉੱਥੇ ਸਮੇਂ ਨਹੀਂ ਰਹਿ ਜਾਂਦਾ, ਉੱਥੇ ਸਭ ਕੁਛ ਠਹਿਰ ਜਾਂਦਾ ਹੈ। ਠਹਿਰਾਓ, ਜਿਵੇਂ ਆਪਣੇ ਘਰ ਪਹੁੰਚ ਗਿਆ ਹੈ, ਠਹਿਰ ਗਿਆ, ਆਰਾਮ ਕਰਨ ਲੱਗ ਗਿਆ, ਆਪਣੇ ਘਰ ਪਹੁੰਚ ਗਿਆ। ਜਿਹ ਘਰ ਤੋਂ ਰਹਿਣਾ ਬਸਣਾ ਉਹ ਘਰ ਹੈ, ਅਤੇ ਘਰ ਦਾ ਥੋੜ੍ਹਾ ਜਿਹਾ ਦਰਵਾਜ਼ਾ ਖੁੱਲ੍ਹਾ, ਘਰ ਦੇ ਦਰਸ਼ਨ ਹੋਏ, ਅਤੇ ਇਹ ਘਰ ਦਾ ਜਿਹੜਾ ਦਰਸ਼ਨ ਕਰ ਲੈਂਦਾ ਹੈ ਭੁੱਲਦਾ ਨਹੀਂ, ਪਰ ਇਹਦੀ ਵਾਸ਼ਨਾ ਨਹੀਂ ਬਣਾਉਣੀ, ਅਤੇ ਫਿਰ ਚਾਹ ਨਹੀਂ ਕਰਨੀ। ਇਹ ਘਰ ਉਹ ਹੀ ਪਹੁੰਚਦਾ ਹੈ ਜਿਹੜਾ ਚਾਹ ਨਹੀਂ ਕਰਦਾ ਹੈ, ਕਿਉਂਕਿ ਇਹ ਘਰ ਬਾਹਰ ਨਹੀਂ ਹੈ। ਬਾਹਰਲੇ ਘਰ ਵਾਸਤੇ ਚਾਹ ਕੀਤੀ ਜਾਂਦੀ, ਅੰਦਰਲੇ ਘਰ ਜਾਣ ਵਾਸਤੇ ਚਾਹ ਛੱਡੀ ਜਾਂਦੀ।
ਉੱਥੇ ਉਹੋ ਹੀ ਪਹੁੰਚ ਜਾਂਦਾ ਹੈ ਜਿਹੜਾ ਸਮਰਪਿਤ ਹੋ ਜਾਵੇ, ਜਿਹੜਾ ਸਮਰਪਣ ਕਰ ਦੇਵੇ, ਜਿਹੜਾ ਕਹਿ ਦੇਵੇ ਕਿ ਮੈਂ ਨਾਹੀਂ ਕਿਛ ਹਉ ਨਾਹੀਂ ਕਿਛ ਆਹੇ ਨ ਮੋਰਾ, ਬਸ ਤਾਂ ਉਸੇ ਵੇਲੇ ਪਹੁੰਚ ਗਈ। ਮੈਂ ਨਹੀਂ ਰਿਹਾ, ਮੇਰਾ ਨਹੀਂ ਰਿਹਾ, ਕੁਛ ਵੀ ਨਹੀਂ ਰਿਹਾ। ਜਦੋਂ ਰਿਹਾ ਹੀ ਕੁਛ ਨਹੀਂ ਤੇ ਫਿਰ ਉਹ ਹੀ ਰਿਹਾ ਜਿਹੜਾ ਸਦਾ ਤੂੰ ਹੀ ਹੈ। ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਤੇ ਇਹ ਜਿਹੜੀ ਦੂਸਰੀ ਘਟਨਾ ਹੈ, ਇਹ ਹੋਈ ਬਹੁਤ ਥੋੜ੍ਹੇ ਸਮੇਂ ਵਾਸਤੇ, ਪਰ ਇਹਦੇ ਵਿੱਚ ਸਮਾਂ ਦਾ ਪਤਾ ਨਹੀਂ ਲੱਗਦਾ ਹੈ, ਬਾਅਦ ਵਿੱਚ ਪਤਾ ਲੱਗਦਾ ਆਦਮੀ ਨੂੰ। ਪਰ ਇਹ ਘਟਨਾ ਜਿਹੜੀ ਹੈ ਇਹ ਵਾਸਤਵਿਕ ਹੈ, ਇਹ ਹੋਈ ਹੈ। ਇਹਨੂੰ ਹੀ ਜਾਗਰਣ ਕਹਿੰਦੇ ਹਨ। ਥੋੜ੍ਹੀ ਜਿਹੀ ਅੱਖ ਖੁੱਲ੍ਹੀ, ਥੋੜ੍ਹਾ ਜਿਹਾ ਜਾਗ ਕੇ ਦੇਖਿਆ। ਜਿਹੜਾ ਜਾਗ ਜਾਂਦਾ ਹੈ ਨਾ, ਤੇ ਉਹਨੂੰ ਹੀ ਪਤਾ ਲੱਗਦਾ ਹੈ। ਸੁੱਤੇ ਹੋਏ ਵਾਸਤੇ ਸਮੇਂ ਹੈ, ਜਾਗਣ ਵਾਲੇ ਵਾਸਤੇ ਕੋਈ ਸਮੇਂ ਥੋੜ੍ਹੀ। ਪਰਮਾਤਮਾ ਵਾਸਤੇ ਕੋਈ ਸਮੇਂ ਥੋੜ੍ਹੀ ਹੈ। ਜਿਵੇਂ ਇੱਕ ਵਿਗਿਆਨਿਕ ਨੇ ਕਿਹਾ ਹੈ ਨਾ, ਵੀ ਸਪੇਸ ਟੂ ਟਾਈਮ, ਸਪੇਸ ਅਤੇ ਜਿਹੜਾ ਟਾਈਮ ਹੈ ਨਾ, ਇਹ ਦੋਵੇਂ ਇਕੱਠੇ ਹਨ। ਅਗਰ ਸਪੇਸ ਨਾ ਹੋਵੇ ਤਾਂ ਟਾਈਮ ਵੀ ਨਹੀਂ ਹੋ ਸਕਦਾ। ਅਤੇ ਇਸ ਅਵਸਥਾ ਦੇ ਵਿੱਚ ਸਪੇਸ ਲੈਸ ਹੋ ਜਾਂਦਾ ਹੈ, ਟਾਈਮ ਲੈਸ ਹੋ ਜਾਂਦਾ ਹੈ, ਆਪਣੇ ਘਰ ਪਹੁੰਚ ਜਾਂਦਾ ਹੈ। ਜਹ ਘਰ ਤੋ ਰਹਿਣਾ